ਲਓ ਜੀ, ਆ ਪਹਿਲਾ ਸੀਜ਼ਨ ਹੈ। ਆ ਸੁਪਰ ਸੀਡਰ ਦੀ ਹਾਲਤ ਤੁਸੀਂ ਚੈੱਕ ਕਰ ਲਓ। ਜ਼ਿਮੀਂਦਾਰਾਂ ਨੇ ਆਪਣਾ ਜੁਗਾੜ ਜਿਹੜਾ ਜ਼ਿਮੀਂਦਾਰਾਂ ਨੇ ਲਾਇਆ ਉਹ ਵੀ ਤੁਸੀਂ ਦੇਖ ਲਓ। ਬਾਕੀ ਮਜ਼ੀਦ ਅਸੀਂ ਜ਼ਿਮੀਂਦਾਰਾਂ ਨਾਲ ਗੱਲਬਾਤ ਕਰਦੇ ਹਾਂ ਜੀ, ਇਹ ਕੀ ਇਹਨਾਂ ਮਾਜਰਾ ਹੈ, ਕਿਉਂ ਇਹਨਾਂ ਪੈਪ ਲਾ। ਇਹ ਤੇ ਸਿਰਫ ਫਾਰਮੈਲਿਟੀ ਪੂਰੀ ਕੀਤੀ ਹੈ। ਮੈਂ ਤੇ ਨਾ ਇਹ ਪੱਕੀ ਹੋਣੀ ਚਾਹੀਦੀ, ਇਹਦੇ ਨਾਲ ਬਿਹਤਰ ਪਿੱਛੇ ਕੋਈ ਐਡਜਸਟ ਲਾ ਹੜਨ ਉਹ ਜ਼ਬਰਦਸਤ ਹੈ। ਇਹ ਨੰਬਰਿੰਗ ਲਾਤੀ ਹੈ, ਅਗਰ ਇਹਨਾਂ ਨੰਬਰਾਂ ਤੇ ਚੱਲੀਏ ਫਿਰ ਜ਼ਮੀਂਦਾਰ ਸਾਡੇ ਪਿੱਛੇ ਤੇ ਹੀ ਜ਼ਮੀਂਦਾਰ ਦੇ ਅੱਗੇ ਹੋ ਚਾਹੀਦਾ। ਇਹਦੇ ਨਾਲ ਤੇ ਇਹ ਨੰਬਰਿੰਗ ਨਾਲੋਂ ਬਕਾਇਦਾ ਕਿ ਕੋਈ ਗਰਾਰੀ ਤੇ ਨਿਸ਼ਾਨ ਲਾ ਦੇਣ ਕਿ ਇੰਨੇ ਤੇ ਇੰਨੇ ਕਿਲੋ ਘੇਰੇਗੀ, ਉਹ ਬਿਹਤਰ ਹੈ। ਇਹ ਮੇਰੇ ਖਿਆਲ ਨਾਲ ਜਿਹੜੇ ਨੰਬਰਿੰਗ ਦਿੱਤੀ ਨੇ ਫਾਰਮ ਦੱਸੋ ਨਾ ਜੁਗਾੜ ਤੁਸੀਂ ਕਿਹੜਾ ਲਾਇਆ। ਅਸਾਂ ਇੱਕ ਤੇ ਪਾਈਪਲਾਈਨ ਜਿਹੜੀ ਸੀ ਸਾਨੂੰ ਬੜੀ ਤੰਗ ਕਰਦੀ ਸੀ, ਹਾਂ ਕੋ ਲਾ ਕੇ ਤੇ ਘਰ ਸੁੱਟ ਛੜੀ ਤੇ ਇੱਕ ਪਾਈਪ ਤੇ ਮਿਕਸ ਕਰਕੇ ਤੇ ਖਾਦ ਵੀ ਚਲਾ ਰਹੇ ਹਾਂ। ਦੂਸਰਾ ਸਾਨੂੰ ਅੱਗੇ ਫਰੰਟ ਤਵੇ ਲੱਗੇ ਨੇ, ਉਹਨਾਂ ਦੇ ਫ੍ਰਿਜ ਜਿਹੜੀ ਹਨ ਕਲੰਪ ਲੱਗੇ ਨੇ ਜੀ, ਉਹਨਾਂ ਨੇ ਕਮਜ਼ੋਰ ਬਹੁਤ ਜ਼ਿਆਦਾ ਲਾਏ ਨੇ, ਉਹ ਆਪਣੇ ਖੁਦ ਬਣਵਾਏ ਨੇ। अस्सलाम वालेकुम दोस्तों, अपना चैनल पीके यूट्यूब चैनल च खुश आमदीद। दोस्तों अज असी मौजूद हाँ जी नारंग मंडी है जी। 385 ट्रैक्टर 2021 मॉडल पिछे है जी सुपर सीडर अल कासम वालियां दा। ते ज़मींदार का कहना जी फुल सीजन इनू चला लिया, तकरीबन 250 तो 300 एकड़ तक ये गंदम की काश असां कर ली है। तो उस तो बाद रिजल्ट तुहाडे नाल शेयर करते हैं सुपर सीडर का कितना फायदा वा, कितना नुकसान है, सुपर सीडर किहड़ी ज़मींदार नूं मुश्किलात आईयां ने, ठीक है, जी इन्होंने बकायदा तौर पर जुगाड़ ला के मजीद कोई ना कोई वह हल कढ़ लिया। मुकम्मल तुहाडे नाल गलबात शेयर करांगे दोस्तों। भाई हुणां नाल गलबात करते हैं जी। अस्सलाम वालेकुम जी। वालेकुम अस्सलाम। भाईजान की हाल है, ठीक ठाक हो? अल्लाह दा करम। भाईजान की नाम है अपना जी? मोहम्मद अब्दुल वहाब। ते इलाका केड़ा अपना जी? अपना नारंग मंडी। नारंग मंडी। ਤੇ ਇਹ ਟਰੈਕਟਰ ਕਿੰਨੇ ਮਾਡਲ ਪਹਿਲਾਂ ਟਰੈਕਟਰ ਦੱਸੋ ਜੀ। ਟਰੈਕਟਰ 21 ਮਾਡਲ ਜੇ ਤੇ ਸੁਪਰ ਸੀਡਰ ਪਹਿਲਾ ਸੀਜ਼ਨ ਹੈ ਸਾਡਾ। ਪਹਿਲਾ ਸੀਜ਼ਨ ਤੇ ਕਿੰਨੇ ਕਿਹਦੇ ਨਾਲ ਕਾਸ਼ਤ ਕਰ ਲਈ ਜੀ? ਇਹਦੇ ਨਾਲ ਅਸੀਂ ਤਕਰੀਬਨ 300 ਕਿੱਲਾ ਕਰ ਚੁੱਕੇ, 300 ਏਕੜ। 300 ਏਕੜ ਕਰ ਚੁੱਕੇ ਇਹ ਸੀਜ਼ਨ ਦੇ ਵਿੱਚ ਹੀ? ਹਾਂਜੀ ਤਕਰੀਬਨ। ਫਿਰ ਤੁਸੀਂ ਮੁਕੰਮਲ ਇਹਨੂੰ ਚਲਾਇਆ ਹੈ? ਹਾਂਜੀ ਮੁਕੰਮਲ ਦਿਨ ਰਾਤ। ਇਹ ਸੁਪਰ ਸਬਸਿਡੀ ਨਿਕਲਿਆ ਜਾਂ ਆਪ ਖਰੀਦਿਆ? ਇਹ ਸਬਸਿਡੀ ਚ ਦੋਸਤ ਦਾ ਨਿਕਲਿਆ ਤੇ ਉਹਦੇ ਕੋਲ ਅਸਾਂ ਲਿਆ ਅੱਗੇ। ਅੱਛਾ, ਉਹਦੇ ਕੋਲ ਤੁਸੀਂ ਅੱਗੇ ਲਿਆ। ਹਾਂਜੀ। ਕਿਹੜੀ ਕੰਪਨੀ ਦਾ ਭਾਜੀ ਇਹ ਅਲਕਾਸਮ ਦਾ। ਅਲਕਾਸਮ ਵਾਲਿਆਂ ਦਾ। ਤੇ ਸਾਨੂੰ ਦੱਸੋ ਕੀ ਤਜਰਬਾ ਰਿਹਾ, ਕੈਸਾ ਰਿਹਾ ਸੁਪਰ ਸੀਡਰ ਤੁਸੀਂ ਚਲਾਇਆ ਤੇ ਕੀ ਇਹਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ, ਕੀ ਆਸਾਨੀਆਂ ਨੇ, ਕਿੰਨਾ ਫਾਇਦਾ ਕਿੰਨਾ ਨੁਕਸਾਨ ਇਹਦਾ ਦੱਸੋ ਯਾਰ। ਕੁਝ ਜ਼ਿਆਦਾ ਯਾਨੀ ਕਿ ਨਹੀਂ ਪਰਫਾਰਮੈਂਸ ਦੀ ਜ਼ਬਰਦਸਤ ਹੈ ਵੈਸੇ, ਯਾਨੀ ਕਿ ਕੋਈ ਛੋਟੇ ਮੋਟੇ ਇਸ਼ੂ ਆਏ ਨੇ ਤੇ ਉਹ ਅਸਾਂ ਆਪਣਾ ਜੁਗਾੜ ਲਾ ਲੈਣੇ ਨਾਲ ਫਿਰ ਤੁਹਾਨੂੰ ਪਤਾ ਚੱਲਦਾ ਰਹਿੰਦਾ ਸਿਸਟਮ। ਅੱਛਾ, ਆਪਣੇ ਜੁਗਾੜਾਂ ਨਾਲ ਚਲਾ ਲਿਆ। ਅੱਛਾ, ਕਿਹੜਾ ਜੁਗਾੜ ਲਾਇਆ ਪਹਿਲਾਂ ਸਾਨੂੰ ਦੱਸੋ ਨਾ। ਜੁਗਾੜ ਤੁਸੀਂ ਕਿਹੜਾ ਲਾਇਆ? ਅਸਾਂ ਇੱਕ ਤੇ ਪਾਈਪਲਾਈਨ ਜਿਹੜੀ ਸੀ ਸਾਨੂੰ ਬੜੀ ਤੰਗ ਕਰਦੀ ਸੀ, ਹਾਂ ਕੋ ਲਾ ਕੇ ਤੇ ਘਰ ਸੁੱਟ ਛੜੀ ਤੇ ਇੱਕ ਪਾਈਪ ਤੇ ਮਿਕਸ ਕਰਕੇ ਤੇ ਖਾਦ ਵੀ ਚਲਾ ਰਹੇ ਹਾਂ। ਦੂਸਰਾ ਸਾਨੂੰ ਅੱਗੇ ਫਰੰਟ ਤਵੇ ਲੱਗੇ ਨੇ, ਉਹਨਾਂ ਦੇ ਫ੍ਰਿਜ ਜਿਹੜੀ ਹਨ ਕਲੰਪ ਲੱਗੇ ਨੇ ਜੀ, ਉਹਨਾਂ ਨੇ ਕਮਜ਼ੋਰ ਬਹੁਤ ਜ਼ਿਆਦਾ ਲਾਏ ਨੇ, ਉਹ ਆਪਣੇ ਖੁਦ ਬਣਵਾਏ ਨੇ ਤੇ ਉਹ ਫਿੱਟ ਕੀਤੇ ਨੇ ਤੇ ਹੁਣ ਜ਼ਬਰਦਸਤ ਚੱਲ ਰਹੇ ਨੇ। ਅੱਛਾ, ਤੁਸੀਂ ਖਾਦ ਵਾਲਾ ਪਾਈਪ ਲਾਈਨ ਲਾ ਦਿੱਤੀ ਹੈ? ਲਾ ਦਿੱਤੀ ਹੈ ਤੇ ਮਿਕਸ ਹੀ ਹੁਣ ਕਰਕੇ ਤੁਸੀਂ ਪਾ ਰਹੇ ਹੋ? ਹਾਂਜੀ। ਤੇ ਮਿਕਸਿੰਗ ਦੇ ਫਰਕ ਤਾਂ ਨਹੀਂ ਕੋਈ ਪੈਂਦਾ ਕਿਉਂਕਿ ਗੰਦਮ ਦਾ ਬੀਜ ਹੋਰ ਮੋਟਾ ਸਹੀ ਮਿਕਸ ਹੋਇਆ ਹੋਏ ਤੇ ਫਿਰ ਬੀਜ ਖਾਦ ਅਗਰ ਜ਼ਬਰਦਸਤ ਮਿਕਸ ਹੋਈ ਤਾਂ ਬੜਾ ਜ਼ਬਰਦਸਤ ਰਿਜ਼ਲਟ ਮੈਂ ਬਿਜਾਈ ਕੀਤੀ ਹੈ। ਜਦੋਂ ਪਹਿਲੇ ਵਕਤਾਂ ਦੇ ਵਿੱਚ ਢੱਗਿਆਂ ਦੇ ਨਾਲ ਘੇਰਾ ਕਰਦੇ ਹੁੰਦੇ ਸੀ ਨਾ, ਉਦੋਂ ਵੀ ਇੱਕ ਟੈਂਕੀ ਦੇ ਵਿੱਚ ਹੀ ਘੇਰਾ ਕਰਦੇ ਹੁੰਦੇ ਸੀ ਖਾਦ ਵੀ ਮਿਕਸ ਕਰਕੇ। ਯਾਨੀ ਕਿ ਇਹ ਪੁਰਾਣਾ ਤਰੀਕਾ ਵਾ। ਇਹ ਤੋਂ ਬਾਅਦ ਅਗਲਾ ਐਡਵਾਂਸ ਤਰੀਕਾ ਆਇਆ ਸੀਗਾ ਜਿਹਦੇ ਵਿੱਚ ਖਾਦ ਵੱਖਰੀ ਤੇ ਬੀਜ ਵੱਖਰਾ, ਤੇ ਇਹਨਾਂ ਨੇ ਫਿਰ ਉਹ ਨਹੀਂ ਇਹਨਾਂ ਦਾ ਸਿਸਟਮ ਚੱਲਿਆ, ਇਹਨਾਂ ਨੇ ਉਹ ਪੁਰਾਣਾ ਤਰੀਕਾ ਜਿਹੜਾ ਅਪਣਾਇਆ ਵਾ। ਨਾਲੇ ਅਸਾਂ ਇਸ ਵਾਸਤੇ ਵੀ ਜਿਹੜਾ ਨਾ ਪਾਈਪ ਚੇਂਜ ਕਰਤਾ, ਜ਼ਮੀਂਦਾਰ ਆਲਸ ਬਹੁਤ ਜ਼ਿਆਦਾ ਯਾਨੀ ਕਿ ਆਲਕਸ ਕਰ ਜਾਂਦੇ ਨੇ ਬੀਜ ਦੇ ਵਿੱਚ, ਖਾਦ ਦੇ ਵਿੱਚ ਨਾ ਆਉਂਦੀ ਨਾ ਟੇਲੀਆਂ, ਉਹਨਾਂ ਨੂੰ ਨਹੀਂ ਉਹ ਕਰਦੇ ਕਵਰ ਤੇ ਫਿਰ ਉੱਤੋਂ ਗਰਾਰੀ ਬੰਦ ਹੋ ਜਾਂਦੀ ਤੇ ਫਿਰ ਉਹ ਸਾਨੂੰ ਤਕਲੀਫ ਜ਼ਿਆਦਾ ਦਿੰਦੀ ਹੈ। ਅਗਰ ਜਿੱਥੇ ਨਹੀਂ ਪੈਂਦੀ ਉੱਥੇ ਕਣਕ ਹੀ ਬੜੀ ਨਾ ਖਰਾਬ ਜੀ ਨਜ਼ਰ ਆਉਂਦੀ ਹੈ। ਅੱਛਾ ਭਾਈ, ਮਜ਼ੀਦ ਸੁਪਰ ਸੀਡਰ ਅੱਜ ਕੱਲ੍ਹ ਕਾਫੀ ਕੰਪਨੀਆਂ ਨੇ ਫਰਮਾਂ ਨੇ ਬਣਾਏ ਨੇ, ਤੇ ਕੀ ਸਮਝਦੇ ਹੋ ਮਜ਼ੀਦ ਅਗਲੇ ਸਾਲ, ਕਿਉਂਕਿ ਪਹਿਲੇ ਸਾਲ ਹੀ ਆਏ ਨੇ ਤੇ ਜ਼ਮੀਨਦਾਰ ਨੂੰ ਪਤਾ ਲੱਗ ਗਿਆ ਨਾ ਕਿਹੜੀ ਮਜ਼ੀਦ ਹੈ ਜੀ ਤਬਦੀਲੀ ਚਾਹੀਦੀ ਹੈ? ਹਾਂ, ਇੱਕ ਮੇਰੇ ਜ਼ਿਹਨ ਚ ਤੇ ਵੀ ਕਿਤੇ ਚ ਨਾ ਯਾਨੀ ਕਿ ਖਾਦ ਦੇ ਤੇ ਬੀਜ ਦੇ ਵਿੱਚ ਨਾ ਇੱਕ ਜਾਲੀ ਲੱਗੀ ਹੋਣੀ ਚਾਹੀਦੀ ਲਾਜ਼ਮੀ। ਠੀਕ, ਕਿਉਂਕਿ ਜਾਲੀ ਦੇ ਨਾਲ ਮੈਨੇਜ ਹੁੰਦਾ ਕਿ ਅਕਸਰ ਜ਼ਮੀਂਦਾਰ ਦੀ ਬੀਜ ਆਉਂਦਾ ਉਹਦੇ ਵਿੱਚ ਗੋਲੀਆਂ ਵੀ ਮਿਕਸ ਹੀ ਤੁਰੀਆਂ ਹੁੰਦੀਆਂ, ਉਹ ਜੋ ਗਰਾਰੀ ਚ ਪਾ ਜਾਂਦਾ ਗਰਾਰੀ ਤੇ ਬੰਦ ਹੋ ਜਾਂਦੀ ਸਰਾਖ, ਥੱਲੇ ਹਰ ਖਾਦ ਬੀਜ ਨਹੀਂ ਜਾਂਦਾ। ਉਹਦੇ ਚ ਇੱਕ ਤੇ ਹੋਣਾ ਚਾਹੀਦਾ ਗਰਾਰੀ ਵੀ ਲੱਗੀ ਹੋਣੀ ਚਾਹੀਦੀ ਹੈ, ਯਾਨੀ ਕਿ ਉਹ ਜਾਲੀ ਦੋਹਾਂ ਖਾਨਿਆਂ ਦੇ ਵਿੱਚ ਲੱਗੀ ਹੋਣੀ ਚਾਹੀਦੀ ਹੈ। ਠੀਕ ਹੋ ਗਿਆ ਜੀ। ਤੇ ਹੋਰ ਵੀ ਮੈਨੇਜਮੈਂਟ ਨੇ ਤੇ ਕੁਝ ਸਮਝਣਗੇ ਤੇ ਕਾਫੀ ਉਹਨਾਂ ਨੇ ਬਿਹਤਰੀ ਵੀ ਕੀਤੀ ਹੈ, ਪਿਛਲੇ ਸਾਲ ਦੀ ਨਿਸਬਤ ਕਾਫੀ ਬਿਹਤਰ ਹੈ, ਅੱਗੋਂ ਵੀ ਕੁਝ ਕੋਸ਼ਿਸ਼ ਕਰਨਗੇ ਬਣਾਉਣ ਦੀ ਇਹਨੂੰ ਬਿਹਤਰ। ਬਾਕੀ ਤੁਹਾਡਾ ਐਕਸਪੀਰੀਅੰਸ ਚੰਗਾ ਰਿਹਾ ਅਲਕਾਸਮ ਨਾਲ? ਹਾਂ, ਠੀਕ ਰਿਹਾ। ਅੱਛਾ, ਤੇ ਫਾਲੇ ਕਾਫੀ ਅੱਗੋਂ ਘਸ ਗਏ ਨੇ, ਮਤਲਬ ਵਾਹ ਤੁਸੀਂ ਇਹਨੂੰ ਚਲਾ ਲਿਆ? ਹਾਂ, 300 ਏਕੜ ਕੀਤਾ, ਫਾਲੇ ਤੇ ਤਕਰੀਬਨ ਖਤਮ ਹੋ ਗਏ ਨੇ ਜੀ ਜੀ। ਤੇ ਕਿੰਨਾ ਭਾਈ ਇਹ ਖਰਚਾ ਕਰ ਰਿਹਾ 85 ਏਕੜ ਦੇ ਉੱਤੇ? ਇਹ 10 ਵੀ 12 14 ਤੇ ਮੁਖਤਲਫ ਆ ਰਹੀ ਹੈ, ਯਾਨੀ ਕਿ ਜਿਸ ਤਰ੍ਹਾਂ ਚਲਾਣਾ ਫਿਰ ਉਸ ਹਿਸਾਬ ਨਾਲ ਆਉਂਦੀ ਹੈ। ਅੱਛਾ, ਇਹ ਅਗਰ ਖਾਲੀ ਵਾਰਡ ਪਹਿਲਾਂ ਤੇ ਕੋਈ ਜ਼ਮੀਨ ਦੇ ਹਿਸਾਬ ਨਾਲ ਵੀ ਆਉਂਦੀ ਐਵਰੇਜ, ਯਾਨੀ ਕਿ ਕਿਤੇ ਕਸੂ ਆ ਜਾਂਦੀ ਹੈ ਤੇ ਕਿਤੇ ਪੱਕੀ ਜ਼ਮੀਨ ਹੁੰਦੀ ਉੱਥੇ ਐਵਰੇਜ ਜਿਹੜੀ ਇਹਨੂੰ ਫਰਕ ਦੇ ਜਾਂਦੀ। ਤੇ ਮਤਲਬ ਬੱਚੇ ਬੁੱਚੇ ਦੇ ਜਾਂਦਾ ਕੋਈ ਵਿੱਚ? ਹਾਂ, ਠੀਕ ਹੈ, ਜ਼ਬਰਦਸਤ। ਤੇ ਕਿੰਨੀ ਏਕੜ ਦੇ ਲੈ ਰਹੇ ਮਜ਼ਦੂਰੀ ਇਹਦੀ? ਮੈਂ 7 ਲਈ 7 8 ਤੇ 9
ਮੈਂ 3 ਰੇਟ ਲਏ ਨੇ। ਇਹ 3 ਰੇਟ ਗੇਅਰ ਦੇ ਵਿੱਚ ਹਿਸਾਬ ਹੁੰਦਾ ਹੈ ਕਿ ਜਿਵੇਂ ਗੇਅਰ 'ਚ ਛੋਟੇ ਚਲਾ ਲਈ ਫਿਰ ਜ਼ਿਆਦਾ ਹੁੰਦਾ ਤੇ ਅਗਰ ਵੱਡਾ ਚਲਾਈ ਤਾਂ ਫਿਰ ਘੱਟ ਕਰ ਲਈਦਾ ਖਰਚਾ। ਹਾਂਜੀ, ਬਾਅਦ ਇਲਾਕਿਆਂ ਦੇ ਵਿੱਚ 10-10 11 12 ਹਜ਼ਾਰ ਰੁਪਏ ਤੱਕ ਵੀ ਲੈ ਰਹੇ ਹਾਂਜੀ, ਨੇ ਅਸਾਂ ਆਪਣੇ ਇਲਾਕੇ ਦੇ ਵਿੱਚ ਨਾ ਇਹ ਰੇਟ ਚਲਾਇਆ, ਯਾਨੀ ਕਿ 7 ਤੋਂ ਲੈ ਕੇ 9 ਤੱਕ। ਵਗੀ ਦੇ ਵਿੱਚ 7 ਲਿਆ ਸੀ ਜੀ ਜੀ। ਤੇ ਅੱਪੜ ਦੇ ਵਿੱਚ 8 ਤੇ 9 ਲਿਆ। ਅੱਛਾ, ਤੇ ਭਾਈ ਇਹ ਸੁਪਰ ਸੀਡਰ ਕਿੰਨੇ ਦਾ ਲਿਆ ਤੁਸੀਂ? ਸੁਪਰ ਸੀਡਰ ਹਾਂ 11 ਲੱਖ ਦਾ ਲਿਆ। ਯਾਰ ਸੀਜ਼ਨ ਕਾਫੀ ਅੱਛਾ ਹੋ ਗਿਆ, ਪੈਸੇ ਪੂਰੇ ਹੋ ਗਏ ਨੇ, ਜ਼ਬਰਦਸਤ ਹੋ ਗਿਆ। ਫਾਇਦਾ ਹੋਇਆ ਕੋਈ ਇਹਦਾ ਚਲਾਉਣ ਦਾ? ਨਹੀਂ, ਜ਼ਬਰਦਸਤ, ਸਾਨੂੰ ਬੜਾ ਮਜ਼ਾ ਆਇਆ ਇਹਨੂੰ ਚਲਾਉਣ ਦਾ। ਅੱਛਾ, ਤੇ ਜਿਹੜਾ ਸਮੋਕ ਪ੍ਰੋਗਰਾਮ ਕੱਢਿਆ, ਕਿਉਂਕਿ ਕਾਫੀ ਜ਼ਿਆਦਾ ਨਾ ਇਹ ਹੁੰਦਾ ਸੀ, ਅੱਗਾਂ ਲਾਉਂਦੇ ਸੀ ਲੋਕੀ, ਤੇ ਉਸ ਤੋਂ ਫਿਰ ਕਿਨਾਰਾ ਹੋ ਗਿਆ। ਨਹੀਂ, ਇਹ ਸਮੋਕ ਨੂੰ ਤੇ ਕੰਟਰੋਲ ਨਹੀਂ ਕਰਦਾ। ਇਹ ਇੱਕ ਸ਼ਰਤ ਤੇ ਕਰਦਾ, ਅਗਰ ਹਾਰਵੈਸਟਰ ਮਸ਼ੀਨ ਨਾ ਚਲਾਈ ਜਾਏ। ਪਰ ਇੰਨਾ ਖਰਚਾ ਕੌਣ ਕਰਦਾ? ਜ਼ਮੀਂਦਾਰ ਇੰਨਾ ਖਰਚਾ ਨਹੀਂ ਅਫੋਰਡ ਕਰਦੇ। ਬੂਟ ਹਾਰਵੈਸਟਰ ਨਾਲ ਕਰਾਈ ਜਾਏ ਤੇ ਉਹਦੇ ਨਾਲ ਕੁਤਰਾ ਕਰਾ ਕੇ ਫਿਰ ਉੱਤੇ ਸੁਪਰ ਸੀਡਰ ਕਾਮਯਾਬ ਹੁੰਦਾ। ਹਾਰਵੈਸਟਰ ਦੇ ਉੱਤੇ ਕਾਮਯਾਬ ਨਹੀਂ ਹੁੰਦਾ। ਅੱਛਾ, ਹਾਰਵੈਸਟਰ ਤੇ ਨਹੀਂ ਕਾਮਯਾਬ, ਜਾਂ ਹੱਥ ਵਾਲੀ ਜਿਹੜੀ ਵਢਾਈ ਕਰਦੇ ਨੇ ਉਹ ਵੀ ਠੀਕ ਹੈ। ਉਹ ਠੀਕ ਹੈ। ਹਾਂ। ਅੱਛਾ, ਤੁਸੀਂ ਹਾਰਵੈਸਟਰ ਦੇ ਉੱਤੇ ਚੱਲਦਾ ਨਹੀਂ, ਕਿਉਂਕਿ ਇਹਦੇ ਵਿੱਚ ਨਾ ਬੜੀ ਪਰਾਲੀ ਫਸ ਜਾਂਦੀ ਤੇ ਫਿਰ ਖਰਾਬ ਕਰਦੀ ਹੈ। ਤੇ ਅਗਰ ਫਾਲੇ ਨਵੇਂ ਹੋਣ ਬਿਲਕੁਲ ਜ਼ੀਰੋ, ਫਿਰ ਵੀ ਨਹੀਂ ਕਰਦਾ। ਮੈਂ ਚਲਾ ਕੇ ਦੇਖਿਆ, ਨਹੀਂ ਕਰਦਾ। ਉਹ ਨਾ ਪਰਾਲੀ ਵਿੱਚ ਫਸ ਜਾਂਦੀ ਤੇ ਬ੍ਰੇਕ ਕਰ ਜਾਂਦਾ। ਵੈਰੀ ਗੁੱਡ। ਅੱਛਾ, 385 ਟਰੈਕਟਰ ਪਹਿਲਾਂ ਇਹਦਾ ਕਿਹੜਾ ਕੰਮ ਤੁਸੀਂ ਨਾਲ ਕਰਦੇ ਰਹੇ? ਇਹਦੇ ਨਾਲ ਸਾਰੇ ਹੀ ਕੰਮ ਕਰੀ ਜੇ। ਲੇਜ਼ਰ ਵੀ ਚਲਾਈਦਾ, ਚਾਪਰ ਮਸ਼ੀਨ ਵੀ ਚਲਾਈਦੀ ਹੈ, ਤਕਰੀਬਨ ਸਾਰੇ 1000 ਚਲਾਉਂਦਾ। ਅੱਛਾ, 21 ਮਾਡਲ ਤੇ ਕਿੰਨੀ ਦਫਾ ਇੰਜਨ ਕਰਾ ਲਿਆ ਜੀ ਇਹਦਾ? ਪਹਿਲੀ ਦਫਾ ਇੱਕ ਦਫਾ ਹੋਇਆ। ਇੱਕ ਦਫਾ ਇੰਜਨ ਹੋ ਗਿਆ। ਤੇ ਪਹਿਲੇ ਟਾਇਰਾਂ ਦੀ ਜੋੜੀ 'ਚ ਹੀ ਆਇਆ? ਇਹ ਪਹਿਲੇ ਟਾਇਰਾਂ ਦੀ ਜੋੜੀ ਚੱਲਣ ਡਿਆ। ਲਓ ਜੀ, ਪਹਿਲੇ ਟਾਇਰਾਂ ਦੀ ਜੋੜੀ ਚੱਲ ਰਹੀ ਹੈ। ਅੱਛਾ, ਪੈਂਥਰ ਦੇ ਨੇ। ਅੱਛਾ, ਪੈਂਥਰ ਹੀ ਕੰਪਨੀ ਵੱਲੋਂ ਆਇਆ? ਹਾਂਜੀ। ਤੇ ਟਾਇਰ ਤੁਹਾਡੇ ਹਿਸਾਬ ਨਾਲ ਕਿਹੜਾ ਸਹੀ ਚੱਲ ਰਿਹਾ? ਟਾਇਰ ਸਾਰੇ ਜ਼ਬਰਦਸਤ ਨੇ। ਪੈਂਥਰ ਦਾ ਜ਼ਬਰਦਸਤ, ਜਿਹੜਾ ਵਾਈ ਦੇ ਵਿੱਚ ਬੜਾ ਮਜ਼ਾ ਕਰਾ ਰਿਹਾ। ਅੱਛਾ ਜੀ, ਤੇ ਸ਼ੁਰੂ ਤੋਂ ਪੈਂਥਰ ਇਸਤੇਮਾਲ ਕੀਤਾ ਹੈ? ਠੀਕ ਹੈ ਭਾਈਜਾਨ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਤੇ ਹੁਣ ਇੱਥੇ ਲੱਗੇ ਦੁਬਾਰਾ ਕਰਨ ਲੱਗੇ ਇੱਥੇ ਕਾਸ਼ਤ? ਹਾਂਜੀ, ਤਕਰੀਬਨ ਸੀਜ਼ਨ ਦਾ ਤੇ ਐਂਡ ਹੋ ਗਿਆ। ਹੁਣ ਬਾਈ ਹਾਫਿਜ਼ ਹੀ ਆਏ ਸਨ, ਬਾਈ ਹਾਫਿਜ਼ ਵਹੀਦ ਜੀ ਜੀ, ਤੇ ਇਹਨਾਂ ਦਿਨ ਬਜਾਈ ਸ਼ੁਰੂ ਕਰਨ ਲੱਗੇ। ਹਾਂ, ਠੀਕ ਹੈ ਭਾਈਜਾਨ, ਬਹੁਤ ਇੱਥੇ ਮਜ਼ੀਦ ਪਰਫਾਰਮੈਂਸ। ਅੱਛਾ ਭਾਈਜਾਨ, ਇਹ ਜਿਹੜੀ ਐਡਜਸਟਮੈਂਟ ਦਿੱਤੀ ਇਹਨਾਂ ਨੇ ਆ ਬੀਜ ਦੀ ਤੇ ਖਾਦ ਦੀ, ਇਹ ਸਹੀ ਕੰਮ ਕਰਦੀ ਹੈ ਇਹਦੇ ਨਾਲ? ਨਹੀਂ, ਇਹ ਤੇ ਸਿਰਫ ਫਾਰਮੈਲਿਟੀ ਪੂਰੀ ਕੀਤੀ ਹੈ। ਮੈਂ ਤੇ ਨਾ ਇਹ ਪੱਕੀ ਹੋਣੀ ਚਾਹੀਦੀ, ਇਹਦੇ ਨਾਲ ਬਿਹਤਰ ਪਿੱਛੇ ਕੋਈ ਐਡਜਸਟ ਲਾ ਹੜਨ, ਉਹ ਜ਼ਬਰਦਸਤ ਹੈ। ਇਹ ਮੇਰੇ ਖਿਆਲ ਨਾਲ ਸਿਰਫ ਫਾਰਮੈਲਿਟੀ ਪੂਰੀ ਕੀਤੀ, ਨੰਬਰਿੰਗ ਲਾਤੀ ਹੈ। ਅਗਰ ਇਹਨਾਂ ਨੰਬਰਾਂ ਤੇ ਚੱਲੀਏ ਫਿਰ ਜ਼ਮੀਂਦਾਰ ਸਾਡੇ ਪਿੱਛੇ ਤੇ ਹੀ ਜ਼ਮੀਂਦਾਰ ਦੇ ਅੱਗੇ ਹੋਈਏ। ਅੱਛਾ, ਇਹ ਨੰਬਰਾਂ ਤੇ ਨਹੀਂ ਪੂਰਾ ਉਤਰਦਾ ਕੰਮ? ਨਹੀਂ, ਇਹ ਤੇ ਕੋਈ ਸਮਝ ਹੀ ਨਹੀਂ ਆਉਂਦੀ ਹੈਗੀ। ਇਹ ਤੇ ਸਾਡਾ ਕੋਈ ਇੱਕ ਤੇ ਰੱਖੋ, ਕਿੰਨਾ ਗਿਆ ਇਹਨਾਂ ਪਏਗਾ? ਇਹ ਆਂਦੇ ਨੇ 1 ਕਿਲੋ, ਇੱਕ ਯਾਨੀ ਕਿ ਨੰਬਰ ਤੇ 1 ਕਿਲੋ ਪਏਗਾ, ਤੇ ਇਹਦਾ ਤਾਂ ਕੋਈ ਹਿਸਾਬ ਕਿਤਾਬ ਨਹੀਂ। ਅੱਛਾ ਜੀ, ਨਹੀਂ ਲੈ, ਮਤਲਬ ਇਹ ਸਿਰਫ ਫਾਰਮੈਲਿਟੀ ਪੂਰੀ ਕੀਤੀ। ਇਹ ਪਹਿਲਾਂ ਵੀ ਅਸੀਂ ਦੇਖੇ ਨਾ, ਕਾਫੀ ਦੂਸਰੀਆਂ ਕੰਪਨੀਆਂ ਦੇ ਵੀ, ਉਹਨਾਂ ਦੇ ਵੀ ਐਡਜਸਟਮੈਂਟਾਂ ਦੇ ਪੂਰੇ ਨਹੀਂ ਉਤਰਦੇ। ਨਹੀਂ ਉਤਰਦੇ, ਕਿਸੇ ਦਾ ਵੀ ਨਹੀਂ ਉਤਰਦਾ। ਹਾਂਜੀ, ਇਹ ਨਹੀਂ ਗੱਲ ਵੀ ਅਲਕਾਸਮ ਵਾਲਿਆਂ ਦਾ ਨਹੀਂ ਉਤਰਨ ਡਿਆ। ਮੈਂ ਹੋਰ ਵੀ ਇੱਕ ਦੋ ਵੇਖੇ, ਡਸਕੇ ਵਾਲਿਆਂ ਦੇ ਵੇਖੇ ਨੇ, ਉਹ ਵੀ ਨਹੀਂ ਉਤਰਦੇ। ਤੇ ਜ਼ਿਮੀਂਦਾਰ ਵਿਚਾਰਾ ਆਂਦਾ ਜੀ ਐ ਆਪਣਾ ਤਜਰਬਾ ਹੀ ਹੈ। ਪੱਕਾ ਨਿਸ਼ਾਨ ਲਾਣਾ ਚਾਹੀਦਾ ਇਹਦੇ ਨਾਲ, ਤੇ ਇਹ ਨੰਬਰਿੰਗ ਨਾਲੋਂ ਬਗੈਰ ਕਿ ਕੋਈ ਗਰਾਰੀ ਤੇ ਨਿਸ਼ਾਨ ਲਾ ਦੇਣ ਕਿ ਇੰਨੇ ਤੇ ਇੰਨੇ ਕਿਲੋ ਘੇਰੇਗੀ, ਉਹ ਬਿਹਤਰ ਹੈ। ਇਹ ਮੇਰੇ ਖਿਆਲ ਨਾਲ ਜਿਹੜੇ ਨੰਬਰਿੰਗ ਦਿੱਤੀ ਨੇ ਫਾਰਗ ਨੇ। ਅੱਛਾ, ਮੈਂ ਤੁਸੀਂ ਹੁਣ ਆਪਣੇ ਤਜਰਬੇ ਨਾਲ ਹੀ ਘੇਰਨ ਦੇ? ਤਜਰਬੇ ਕੋ ਡਰਿਲ ਚਲਾਈਏ ਤੇ ਸਾਡਾ ਕੋਈ ਥੋੜਾ ਬਤਾਓ ਵੀ ਤਜਰਬਾ ਹੈ, ਤਾਂ ਕੋਈ ਤੁਹਾਨੂੰ ਪਤਾ ਚਲਾਈਏ ਫਿਰ ਤਜਰਬਾ ਵੱਧਦਾ ਹੀ ਹੈ ਨਾ, ਉਹਦੇ ਹਿਸਾਬ ਨਾਲ ਫਿਰ ਗਰਾਰੀ ਐਡਜਸਟ ਕਰ ਲਈਦੀ ਆਪ ਹੀ।